नमस्कार खबरों के इस बुलेटिन में ਤੁਹਾਡਾ ਸਵਾਗਤ ਹੈ। मैं हाँ तरनजीत कौर। पहला पेश ने चुਣਵੀਆਂ खबरां। ਵਿਰੋਧੀ ਪਾਰਟੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਕਿਸਾਨੀ ਮੁੱਦਿਆਂ ਤੇ ਤੁਰੰਤ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ। ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਪ੍ਰਭਾਵਿਤ। ਰਾਜ ਸਭਾ ਦਿਨ ਭਰ ਲਈ ਮੁਲਤਵੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਤਹਿਤ ਰੱਖਿਆ ਉਪਕਰਨਾਂ ਦੇ ਉਤਪਾਦਨ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਭਾਰਤ ਆਪਣੀ ਰੱਖਿਆ ਲਈ ਦੂਜੇ ਦੇਸ਼ਾਂ ਤੇ ਨਿਰਭਰ ਨਹੀਂ ਰਹਿ ਸਕਦਾ। ਰੱਖਿਆ ਮੰਤਰੀ ਨੇ ਬੰਗਲੁਰੂ ਵਿੱਚ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਦੇ ਹਲਕੇ ਜੰਗੀ ਜਹਾਜ਼ ਤਿਆਰ ਕਰਨ ਵਾਲੇ ਦੂਜੇ ਪਲਾਂਟ ਦਾ ਉਦਘਾਟਨ ਕੀਤਾ। CBSE ਵੱਲੋਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 4 ਮਈ ਤੋਂ 11 ਜੂਨ ਤੱਕ ਕਰਵਾਈਆਂ ਜਾਣਗੀਆਂ। ਬੋਰਡ ਵੱਲੋਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ। देश में कोरोना तो ठीक होने की दर 97.05% ते पहुंची। बीते 24 घंटिया दौरान 13,423 कोरोना मरीज सेहतयाब हुए। मुख्यमंत्री कैप्टन अमरिंदर सिंह वालों सूबे में पुलिस कर्मियों के कोरोना टीकाकरण अभियान की शुरुआत। फाजिलका जिले के जलालाबाद कस्बे में श्रोमणी अकाली दल और कांग्रेसी कार्यकर्तावां विचाले हिंसा दौरान 3 अकाली कार्यकर्ता जख्मी। पंजाब विच खास करके सनअतकारां ते व्यापारियों ने साल 2021-22 लिए पेश किए गए बजट का स्वागत किया है। ते हुण खबरां विस्तार नाल। ਰਾਜ ਸਭਾ ਵਿੱਚ ਅੱਜ ਵਿਰੋਧੀ ਪਾਰਟੀਆਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਰਕੇ ਸਦਨ ਦੀ ਕਾਰਵਾਈ 3 ਵਾਰ ਮੁਲਤਵੀ ਕਰਨ ਤੋਂ ਬਾਅਦ ਸਾਰੇ ਦਿਨ ਲਈ ਉਠਾ ਦਿੱਤੀ ਗਈ। ਵਿਰੋਧੀ ਪਾਰਟੀਆਂ ਦੇ ਮੈਂਬਰ ਸਭਾਪਤੀ ਦੇ ਆਸਨ ਦੇ ਸਾਹਮਣੇ ਆ ਗਏ ਅਤੇ ਉਹਨਾਂ ਕਿਸਾਨ ਅੰਦੋਲਨ ਦੇ ਮੁੱਦਿਆਂ ਤੇ ਨਾਅਰੇਬਾਜ਼ੀ ਕੀਤੀ। ਇਹ ਮੈਂਬਰ ਸਦਨ ਵਿੱਚ ਕਿਸਾਨੀ ਮੁੱਦਿਆਂ ਤੇ ਚਰਚਾ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਮੰਗ ਤੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਦੇ ਮੁੱਦਿਆਂ ਤੇ ਭਲਕੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਹੋਈ ਹੈ ਤੇ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਵੀ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਹੈ। ਸਭਾਪਤੀ ਨੇ ਕਿਹਾ ਕਿ ਸਦਨ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਚਰਚਾ ਭਲਕੇ ਹੋਵੇਗੀ ਅਤੇ ਇਸ ਦੌਰਾਨ ਮੈਂਬਰ ਕਿਸਾਨਾਂ ਸੰਬੰਧੀ ਮੁੱਦੇ ਚੁੱਕ ਸਕਦੇ ਨੇ। ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਰੋਕੇ ਜਾਣ ਬਾਰੇ ਨੋਟਿਸ ਦਿੱਤੇ ਅਤੇ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਦੀ ਮੰਗ ਕੀਤੀ। ਸਦਨ ਦੀ ਕਾਰਵਾਈ ਰੋਕ ਕੇ ਤੁਰੰਤ ਚਰਚਾ ਕਰਨ ਦੀ ਮੰਗ ਕਰਨ ਵਾਲਿਆਂ ਵਿੱਚ ਕਾਂਗਰਸ, DMK, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, RJD ਅਤੇ ਆਮ ਆਦਮੀ ਪਾਰਟੀ ਸ਼ਾਮਲ ਸਨ। ਵਿਰੋਧੀ ਪਾਰਟੀਆਂ ਦਾ ਕਹਿਣਾ ਸੀ ਕਿ ਕਿਸਾਨਾਂ ਦਾ ਮੁੱਦਾ ਕੌਮੀ ਮਹੱਤਤਾ ਦਾ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਉੱਤੇ ਜਲਦੀ ਤੋਂ ਜਲਦੀ ਚਰਚਾ ਸ਼ੁਰੂ ਕਰਨੀ ਚਾਹੀਦੀ ਹੈ। ਜਦ ਵਿਰੋਧੀ ਪਾਰਟੀਆਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਹਨਾਂ ਸਦਨ ਵਿੱਚੋਂ ਵਾਕਆਊਟ ਕੀਤਾ। ਲੋਕ ਸਭਾ ਵਿੱਚ ਵੀ ਖੇਤੀ ਕਾਨੂੰਨਾਂ ਅਤੇ ਕਿਸਾਨੀ ਦੇ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਵੱਲੋਂ ਜ਼ੋਰਦਾਰ ਹੰਗਾਮੇ ਕਾਰਨ ਸਦਨ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਵਿਰੋਧੀ ਮੈਂਬਰਾਂ ਨੇ ਸੰਸਦ ਦੀ ਤੈਅ ਕਾਰਵਾਈ ਨੂੰ ਤੁਰੰਤ ਰੋਕ ਕੇ ਖੇਤੀ ਕਾਨੂੰਨਾਂ ਤੇ ਕਿਸਾਨ ਪ੍ਰਦਰਸ਼ਨਾਂ ਕਾਰਨ ਪੈਦਾ ਹੋਈ ਸਥਿਤੀ ਤੇ ਚਰਚਾ ਦੀ ਮੰਗ ਕੀਤੀ, ਜਿਸ ਨੂੰ ਸਪੀਕਰ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ। ਮੈਂਬਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਪਹਿਲਾਂ 4 ਵਜੇ ਤੱਕ ਅਤੇ ਫਿਰ 5 ਵਜੇ ਤੱਕ ਮੁਲਤਵੀ ਕੀਤੀ ਗਈ। ਸਦਨ ਦੇ ਮੁੜ ਜੁੜਨ ਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਜਾਰੀ ਰੱਖੀ, ਜਿਸ ਕਾਰਨ ਸਦਨ ਦੀ ਕਾਰਵਾਈ 7 ਵਜੇ ਤੱਕ ਫਿਰ ਮੁਲਤਵੀ ਕਰ ਦਿੱਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਤਮ ਨਿਰਭਰ ਭਾਰਤ ਪ੍ਰੋਗਰਾਮ ਤਹਿਤ ਰੱਖਿਆ ਉਪਕਰਨਾਂ ਦੇ ਉਤਪਾਦਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਆਪਣੀ ਰੱਖਿਆ ਲਈ ਦੂਜੇ ਦੇਸ਼ਾਂ ਤੇ ਨਿਰਭਰ ਨਹੀਂ ਰਹਿ ਸਕਦਾ। ਅੱਜ ਬੰਗਲੁਰੂ ਵਿੱਚ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਦੇ ਹਲਕੇ ਜੰਗੀ ਜਹਾਜ਼ ਤਿਆਰ ਕਰਨ ਵਾਲੇ ਦੂਜੇ ਪਲਾਂਟ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ 73 ਤੇਜਸ MK-1A ਅਤੇ 10 ਤੇਜਸ ਸਿਖਲਾਈ ਜਹਾਜ਼ ਖਰੀਦਣ ਲਈ 48,000 ਕਰੋੜ ਰੁਪਏ ਦੇ ਆਰਡਰ ਨਾਲ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਨੂੰ ਬਹੁਤ ਮਦਦ ਮਿਲੇਗੀ। ਰੱਖਿਆ ਮੰਤਰੀ ਨੇ ਕੰਪਨੀ ਨੂੰ ਉਸਦੇ ਵਿਦੇਸ਼ੀ ਪ੍ਰੋਗਰਾਮਾਂ ਨੂੰ ਪੂਰਾ ਕਰਨ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਆਸ ਜਤਾਈ ਕਿ ਕੰਪਨੀ ਨਿਰਧਾਰਿਤ ਸਮਾਂ ਸੀਮਾ ਅੰਦਰ ਇਹਨਾਂ ਜਹਾਜ਼ਾਂ ਦੀ ਸਪਲਾਈ ਕਰ ਦੇਵੇਗੀ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਕੰਪਨੀ ਮਿੱਤਰ ਦੇਸ਼ਾਂ ਨੂੰ ਇਹ ਜਹਾਜ਼ ਬਰਾਮਦ ਕਰਨ ਦੀ ਦੇਸ਼ ਦੀ ਤਾਂਘ ਨੂੰ ਵੀ ਪੂਰਾ ਕਰ ਸਕੇਗੀ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਨੇ ਤੇਜਸ ਜਹਾਜ਼ ਖਰੀਦਣ ਵਿੱਚ ਰੁਚੀ ਵਿਖਾਈ ਹੈ। ਤੇਜਸ ਦੇ ਨਵੇਂ ਪਲਾਂਟ ਵਿੱਚ ਪ੍ਰਤੀ ਦਿਨ 16 ਜਹਾਜ਼ਾਂ ਦਾ ਉਤਪਾਦਨ ਕੀਤਾ ਜਾ ਸਕੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਬੰਗਲੁਰੂ ਵਿੱਚ ਭਲਕੇ ਸ਼ੁਰੂ ਹੋਣ ਵਾਲੇ 3 ਦਿਨਾਂ ਐਰੋ ਇੰਡੀਆ ਸ਼ੋਅ ਵਿੱਚ ਵੀ ਹਿੱਸਾ ਲੈਣਗੇ। हिंदुस्तान एरोनॉटिक लिमिटेड यानी HAL, इंडियन एयरफोर्स और साथ ही साथ आत्मनिर्भर भारत का जो हमारा यह कैंपेन है, इन तीनों को यह ताकत देगा, तीनों को यह मजबूती देगा। कोविड की इतनी महामारी के बावजूद 48,000 करोड़ का ऑर्डर आर्म्ड फोर्सेस की तरफ से आपको ये मिल गया है,
और मैं कह सकता हूं कि इंडिजिनस डिफेंस प्रोक्योरमेंट के इतिहास में यह सबसे बड़ा प्रोक्योरमेंट है। यदि मैं इसे कहूं कि यह हिस्टोरिकल डील है तो यह कहना भी एग्जेगरेशन नहीं होगा। सीबीएसई ਵੱਲੋਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ 4 ਮਈ ਤੋਂ 11 ਜੂਨ ਤੱਕ ਕਰਵਾਈਆਂ ਜਾਣਗੀਆਂ। ਸੀਬੀਐਸਈ ਨੇ ਬੋਰਡ ਦੀਆਂ ਇਹਨਾਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਵੀ ਜਾਰੀ ਕਰ ਦਿੱਤੀ ਹੈ। ਦੇਸ਼ ਵਿੱਚ ਕੋਰੋਨਾ ਤੋਂ ਠੀਕ ਹੋਣ ਦੀ ਦਰ ਵਿੱਚ ਲਗਾਤਾਰ ਸੁਧਾਰ ਜਾਰੀ ਹੈ। बीते 24 घंटिया दौरान 13,423 कोरोना मरीज सेहतयाब हुए, जिस मगरों ठीक होने की दर 97.05% ते पहुंच गई है। इस समय दौरान 8,655 नवे कोरोना मामले सामने आए। भारत में हुण तक कोरोना की पुष्टि वाले कुल मामलों की संख्या 1,07,66,254 हो गई है, जबकि कोरोना के एक्टिव मामलों की संख्या 1,63,000 तो वध है। पंजाब विच अज तो पंजाब पुलिस कर्मियों का कोरोना टीकाकरण अभियान शुरू होया है। पंजाब पुलिस के मुखी दिनकर गुप्ता ने खुद टीका लगवा के इस मुहिम की शुरुआत की थी। इस मौके मुख्यमंत्री कैप्टन अमरिंदर सिंह भी मौजूद सन। मुख्यमंत्री ने कहा कि कोरोना विरुद्ध जंग में पंजाब पुलिस ने शलाघायोग भूमिका निभाई है ते अज तो पंजाब पुलिस के 80,000 कर्मियों का कोविड टीकाकरण शुरू करके उन्होंने खुशी महसूस हुई है। फाजिलका जिले के जलालाबाद कस्बे में श्रोमणी अकाली दल और कांग्रेसी कार्यकर्ताओं विचाले हिंसा दौरान 3 अकाली कार्यकर्ता जख्मी हो गए। खबरों में कहा गया कि सुखबीर सिंह बादल म्यूनसिपल कौंसल ਦੀਆਂ ਚੋਣਾਂ ਲਈ अपने उम्मीदवार ਦੇ नामजदगी कागज दाखिल कराउण ਲਈ एसडीएम ਦੇ दफ्तर पहुंचे सन, जिस दौरान कथित तौर ਤੇ उन्हां ਦੀ ਗੱਡੀ ਤੇ हमला किया गया। इस तो बाद अकाली और कांग्रेसी कार्यकर्ता आमो सामने हो गए। श्रोमणी अकाली दल ने कांग्रेसी कार्यकर्तावां ते सुखबीर सिंह बादल उत्ते जानलेवा हमले का इल्जाम लगाया है। पुलिस ने हमले नूं लैके जांच शुरू कर दी है। इसी दौरान जलालाबाद के रिटर्निंग अफसर ने दस्सिया कि जलालाबाद नगर कौंसल ਲਈ ਵੱਖ-ਵੱਖ ਪਾਰਟੀਆਂ ਦੇ ਸਾਰੇ ਹੀ ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਲਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। वज्र कोर के जीओसी लैफ्टिनेंट जनरल सी पंसी पोनप्पा ने स्वर्णिम विजय मिसाल यात्रा का पंजाब खेतर में पुजन ते स्वागत करन मगरों इसनूं सूबे की यात्रा लिए रवाना किया है। भारत की 1971 की जंग दौरान पाकिस्तान खिलाफ दर्ज की गई जित की यादगार वजों और भारतीय हथियारबंद फौजां की बहादरी को सत्कार देने लिए कढ़ी गई स्वर्णिम विजय मिसाल यात्रा दिल्ली तो शुरू हुई सी। समागम दौरान देश की एकता ते अखंडता लिए अपना वडमुला योगदान देने वाले साबका फौजियों को सन्मानित भी किया गया। ब्रिगेडियर जोगिंदर सिंह जसवाल और सूबेदार अजमेर सिंह समेत होरनां नूं पश्चिमी मोर्चे ते पैंदे अमृतसर सैक्टर विच 1971 की जंग दौरान शलाघायोग प्रदर्शन करने लिए बहादरी पुरस्कार नाल भी निवाजिया गया सी। इस दौरान साबका फौजियों ने जंग के मोर्चे बारे अपने तजर्बे सारिਆਂ ਨਾਲ ਸਾਂਝੇ ਕੀਤੇ। समागम दौरान जंगी शहीदों ते साबका फौजियों के परिवारक मैंबरों को भी सन्मानित किया गया। स्वर्णिम विजय मिसाल यात्रा समुचे पंजाब विच फौजियों को हल्लाशेरी देने की सोच नाल यात्रा करेगी। इस दौरान 1971 की लड़ाई के मैदान तो और शहीदों के पिंडों तो मिट्टी भी इकट्ठी की जाएगी, जिसनों इकट्ठियां करके कौमी जंगी यादगार ते ले जाया जाएगा। इस यात्रा का मकसद देश के बहादुर फौजियों में जिथे देश भगती की भावना को हल्लाशेरी देना है, उत्थे नौजवान पीढ़ी को अपने देश के असली बहादुरां ते नायकों बारे जमीनी पद्धर ते जानकारी मुहैया करवाउणा भी है। पंजाब के मुख्यमंत्री कैप्टन अमरिंदर सिंह वालों खेती कानूनों समेत किसानी नाल जुड़े वक्-वक् मुद्दों ते सद्दी गई सरब पार्टी मीटिंग दौरान केंद्र सरकार वालों किसान अंदोलन कारण पैदा हुए संकट के हल विच कथित तौर पर देरी का गंभीर नोटिस लैंदियां केंद्र सरकार नूं किसानां दीयां चिंतावां दा छेती तो छेती हल करन दी अपील कीती है। इस मीटिंग दौरान दिल्ली विच हुई हिंसा की निंदा की गई। मीटिंग विच मौजूद पार्टियां ने किसानी संबंधी मुद्दों ते चर्चा लई एक सरब पार्टी वफद नूं प्रधानमंत्री नाल मिलने लई भेजण दा फैसला कीता। इस मौके पास किए गए मते विच वक्-वक् किसान जथेबंदियां दे आगुआं ते कारकुनां विरुद्ध दिल्ली पुलिस वालों दर्ज किए गए केस वापस लैण ते जेलां विच डके अंदोलनकारियों नूं तुरंत छड्डण दी मंग की गई। अज दी सरब पार्टी मीटिंग का भारतीय जनता पार्टी ने बाइकाट किया। आम आदमी पार्टी ने भी मीटिंग दौरान दिल्ली बार्डरां ते अंदोलनकारी किसानां की राखी लई पंजाब पुलिस की तैनाती की मंग उठाउंदियां वाकआउट किया। मुख्यमंत्री ने इस मंग नूं गैर संविधानिक करार दिता है।
ਪੰਜਾਬ ਵਿੱਚ ਖਾਸ ਕਰਕੇ ਸਨਅਤਕਾਰਾਂ ਤੇ ਵਪਾਰੀਆਂ ਨੇ ਸਾਲ 2021-22 ਲਈ ਪੇਸ਼ ਕੀਤੇ ਗਏ ਬਜਟ ਦਾ ਸਵਾਗਤ ਕੀਤਾ ਹੈ। ਪ੍ਰਸਾਰ ਭਾਰਤੀ ਦੀ ਲੁਧਿਆਣਾ ਸਥਿਤ ਪ੍ਰਤੀਨਿਧੀ ਨੇ ਸਨਅਤੀ ਸ਼ਹਿਰ ਦੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਇਸ ਬਜਟ ਨੂੰ ਕਾਫੀ ਹੱਦ ਤੱਕ ਚੰਗਾ ਬਜਟ ਦੱਸਿਆ ਹੈ। ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਇਸ ਵਾਰ ਦੇ ਬਜਟ ਵਿੱਚ ਉਹਨਾਂ ਦੀ ਸੰਸਥਾ ਸਮੇਤ ਵੱਖ-ਵੱਖ ਸੰਗਠਨਾਂ ਵੱਲੋਂ ਦਿੱਤੇ ਗਏ ਪ੍ਰਸਤਾਵਾਂ ਦਾ ਅਸਰ ਦਿਖਾਈ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਟੀਲ ਤੇ ਇੰਪੋਰਟ ਡਿਊਟੀ ਘਟਾ ਕੇ ਇੰਡਸਟਰੀ ਨੂੰ ਕੁਝ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਡਿਵੈਲਪਰਾਂ ਨੂੰ ਟੈਕਸ ਤੋਂ ਰਾਹਤ ਦਿੱਤੀ ਗਈ ਹੈ, ਜਿਸ ਨਾਲ ਜ਼ਰੂਰਤਮੰਦ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਜੋ ਚੈਂਬਰ ਨੇ ਡਿਮਾਂਡ ਕੀਤੀਆਂ ਕਈ ਉਹਦੇ 'ਚ ਕਈ ਸਾਡੀਆਂ ਮੰਗਾਂ ਮੰਨੀਆਂ ਗਈਆਂ ਔਰ ਅਸੀਂ ਇਸ ਬਜਟ ਨੂੰ ਮੈਂ ਸਮਝਦਾ ਵੀ 100 ਚੋਂ 60 ਦੇ ਕਰੀਬ ਨੰਬਰ ਦਿੰਨੇ ਆ, ਕਿਉਂਕਿ ਇੱਕ ਚੈਂਬਰ ਦੀ ਬਹੁਤ ਵੱਡੀ ਡਿਮਾਂਡ ਸੀ ਵੀ ਜਿਹੜੀ MSME ਹੈ ਉਹਦਾ ਬਜਟ ਸਿਰਫ 7400 ਕਰੋੜ ਸੀ ਤੇ ਸਰਕਾਰ ਨੂੰ ਅਸੀਂ ਡਿਮਾਂਡ ਕੀਤੀ ਸੀ ਵੀ ਇਹਨੂੰ ਵਧਾ ਕੇ 3 ਗੁਣਾ ਕੀਤਾ ਜਾਏ। ਸਰਕਾਰ ਨੇ 3 ਗੁਣਾ ਤਾਂ नहीं ਕੀਤਾ, ਇਹਨੂੰ 15000 करोड़ MSME का बजट कर देता। स्टील इंडस्ट्री की जहाँ तक बात है, स्टील के ऊपर उन्होंने एंटी डंपिंग ड्यूटी हमारी डिमांड थी, उन्होंने इंपोर्ट के ऊपर 7.5% उन्होंने इंपोर्ट पे हमें सब्सिडी प्रोवाइड की है, विच विल रिड्यूस द कॉस्ट ऑफ द स्टील। तो हमारी डिमांड थी कार्टलाइजेशन रोकने की, उसके ऊपर उन्होंने काम किया है। तो एग्री ਇਸੇ ਤਰ੍ਹਾਂ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੇ ਵੀ ਇਸ ਬਜਟ ਨੂੰ ਸੰਤੋਸ਼ਜਨਕ ਦੱਸਿਆ ਹੈ। ਹੌਜ਼ਰੀ ਸਨਅਤਕਾਰ ਚਰਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਪਰੇਸ਼ਾਨ ਹੌਜ਼ਰੀ ਸਨਅਤ ਨੂੰ ਇਸ ਬਜਟ ਨਾਲ ਰਾਹਤ ਮਿਲੇਗੀ। ये जो बजट है इसमें हमें इन्होंने मेगा टेक्सटाइल पार्क जो है वो 7 दिए हैं। वी आर वेरी मच हैप्पी। पहले हमें भी 3 दिए थे, उसमें लुधियाने का नाम था, तिरुपुर था और इसमें कलकत्ता था। इसमें यह है कि हमारे पर मल्टीपर्पज सिस्टम्स में हमें ग्रो करने का टाइम मिलेगा इसके बीच में, और गवर्नमेंट ने इसमें काफ़ी कंसेशंस में जो हमें दे रखे हैं उसके ऊपर हमें काफ़ी स्पीड वर्क करना पड़ेगा एंड आई थिंक सो कि वी विल गोइंग टू गेट ए वेरी गुड रिजल्ट्स। दूसरा जो मैन मेड फाइबर था उसके ऊपर इन्होंने जो ड्यूटी है। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਨਵੇਂ ਕੇਂਦਰੀ ਬਜਟ ਉੱਤੇ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਮਿਲਿਆ-ਜੁਲਿਆ ਪ੍ਰਤੀਕਰਮ ਪ੍ਰਾਪਤ ਹੋਇਆ ਹੈ। ਜ਼ਿਆਦਾਤਰ ਲੋਕਾਂ ਨੇ ਬਜਟ ਦੀ ਤਾਰੀਫ ਕਰਦਿਆਂ ਇਸ ਨੂੰ ਵਿਕਾਸਮੁਖੀ ਦੱਸਿਆ। ਖੇਡ ਸਨਅਤ ਨਾਲ ਜੁੜੇ ਕਾਰੋਬਾਰੀ ਸੁਰਿੰਦਰ ਸ਼ਰਮਾ ਅਨੁਸਾਰ ਬਜਟ ਵਿੱਚ ਐਲਾਨੀਆਂ ਗਈਆਂ ਰਿਆਇਤਾਂ ਨਾਲ ਖੇਡ ਸਨਅਤ ਨੂੰ ਨਵੀਂ ਊਰਜਾ ਮਿਲੇਗੀ ਅਤੇ ਇਸ ਨਾਲ ਚੀਨ ਵਰਗੇ ਵਿਦੇਸ਼ੀ ਮੁਲਕਾਂ ਦਾ ਏਕਾ ਅਧਿਕਾਰ ਖਤਮ ਹੋਵੇਗਾ, ਜਿਸ ਨਾਲ ਭਾਰਤੀ ਸਨਅਤਾਂ ਨੂੰ ਹੁਲਾਰਾ ਮਿਲੇਗਾ। ਜ਼ਿਲ੍ਹੇ ਦੇ ਪਿੰਡ ਝੰਜੇੜੀ ਦੇ ਸੇਵਾ ਮੁਕਤ ਸੈਨਿਕ ਦਵਿੰਦਰ ਸਿੰਘ ਅਤੇ ਸੁਧੀਰ ਗੁਲੇਰੀਆ ਨੇ ਕਿਹਾ ਕਿ ਨਵੇਂ ਬਜਟ ਵਿੱਚ ਰੱਖਿਆ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਸ ਨਾਲ ਭਾਰਤ ਦੀਆਂ ਹਥਿਆਰਬੰਦ ਫੌਜਾਂ ਨੂੰ ਮਜ਼ਬੂਤੀ ਮਿਲੇਗੀ। ਸੁਹਾਨਾ ਪਿੰਡ ਦੇ ਸੰਦੀਪ ਕੁਮਾਰ ਨੇ ਸਿਹਤ ਤੇ ਬਜਟ ਵਿੱਚ 137% ਵਾਧੇ ਦੀ ਸ਼ਲਾਘਾ ਕੀਤੀ। ਕੱਲ ਬਜਟ ਅਨਾਉਂਸ ਹੋਇਆ, ਉਹਦੇ ਵਿੱਚ ਜਿਹੜਾ ਇੰਡਸਟਰੀ ਸਪੋਰਟਸ ਇੰਡਸਟਰੀ ਲਈ ਕੱਚੇ ਮਾਲ ਦੇ ਉੱਪਰ ਉਹਨਾਂ ਨੇ ਕਾਫੀ ਰਿਬੇਟ ਦਿੱਤੀ ਆ। ਇਹਦੇ ਨਾਲ ਸਾਡੀ ਸਪੋਰਟਸ ਇੰਡਸਟਰੀ ਨੂੰ ਕਾਫੀ ਫਾਇਦਾ ਹੋਏਗਾ। ਜਿਹੜਾ ਬਜਟ ਮੋਦੀ ਸਾਹਿਬ ਨੇ ਇਸ ਦਫਾ ਜੋ ਪੇਸ਼ ਕੀਤਾ ਉਹ ਬਹੁਤ ਹੀ ਅੱਛਾ ਬਜਟ ਪੇਸ਼ ਕੀਤਾ। ਪ੍ਰੈਜ਼ੈਂਟ 4,78,000 ਕਰੋੜ ਰੁਪਇਆ ਬਜਟ ਰੱਖਿਆ ਹੈ, ਜੋ ਕਿ ਇਸ ਵਾਸਤੇ ਬਹੁਤ ਅੱਛੀ ਗੱਲ ਹੈ। ਉਹਦੇ ਨਾਲ ਹੀ ਜਨ ਵਿਸਤਾਰ ਹੋਵੇਗਾ। इसनूं उत्साह देने वास्ते उन्होंने बहुत भारी बजट जिहड़ा है रखा है और मुल्क दे विच अपने ही जिवें टैंक बनने अपना बिग वर्गे जहाज़ बने ने इन्हां मेक इन इंडिया दे विच जिहड़ा हैगा उन्होंने इन्हां अपने मुल्क दे विच बनाउण दे वास्ते जिहड़ी एक अच्छी प्रपोजल तैयार कीती है जो देश के हित दे विच हैगी है। ਉਹ ਬਜਟ ਮੋਦੀ ਸਾਹਿਬ ਵੱਲੋਂ ਇਸ ਵਾਰੀ ਪੇਸ਼ ਕੀਤਾ ਗਿਆ ਹੈ, ਉਹ ਆਮ ਨਾਗਰਿਕਾਂ ਨੂੰ ਮੁੱਖ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ। ਜਿਵੇਂ ਕਿ ਹੈਲਥ ਬਜਟ ਦੇ ਵਿੱਚ ਇਸ ਵਾਰੀ ਬਹੁਤ ਜ਼ਿਆਦਾ ਵਾਧਾ ਕੀਤਾ ਗਿਆ ਹੈ, ਤਕਰੀਬਨ ਲਗਭਗ 137% ਦਾ ਵਾਧਾ ਕੀਤਾ ਗਿਆ ਹੈ। ਜੋ ਪਹਿਲਾਂ 78,000 ਕਰੋੜ ਸੀ, ਲਗਭਗ 2 ਲੱਖ ਕਰੋੜ ਰੁਪਇਆ ਰੱਖਿਆ ਗਿਆ ਹੈ। ਇਹਦੇ ਨਾਲ ਸਾਡਾ ਹੈਲਥ ਸਿਸਟਮ ਪੂਰੇ ਵਿਸ਼ਵ ਵਿੱਚ ਮਜ਼ਬੂਤ ਹੋ ਜਾਵੇਗਾ ਅਤੇ ਪਿੰਡਾਂ ਤੱਕ ਸਾਡੀ ਹੈਲਥ ਸਿਸਟਮ ਸਾਰਾ ਮਜ਼ਬੂਤ ਹੋ ਜਾਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।